After that is second sentence, present continuous tense. Okay, there are 4 types of present tense, as I said you earlier. It is second type, present continuous tense. We use is, am, are plus verb, first form of verb and ing in present continuous tense. Okay, when we talk about any action which is continue at present, ਜਦੋਂ ਅਸੀਂ ਕਿਸੇ ਇਸ ਤਰ੍ਹਾਂ ਦੇ ਐਕਸ਼ਨ ਬਾਰੇ ਗੱਲ ਕਰਦੇ ਹਾਂ ਜੋ ਹੁਣ ਕੰਟੀਨਿਊ ਹੈ, ਲਗਾਤਾਰ ਚੱਲ ਰਿਹਾ ਹੈ, ਤਾਂ ਅਸੀਂ ਕਿਹੜਾ ਟੈਂਸ ਯੂਜ਼ ਕਰਦੇ ਹਾਂ? ਪ੍ਰੈਜ਼ੈਂਟ ਕੰਟੀਨਿਊਸ ਟੈਂਸ. ਓਕੇ, ਫॉर ਐਗਜ਼ਾਮਪਲ ਮੁਕੇਸ਼ ਇਜ਼ ਕਮਿੰਗ ਨਾਓ, ਮੁਕੇਸ਼ ਹੁਣ ਆ ਰਿਹਾ ਹੈ. ਇਟ ਮੀਨਸ ਦ ਐਕਸ਼ਨ ਇਜ਼ ਇਨ ਪ੍ਰੋਗਰੈਸ. ਕਲੀਅਰ, ਉਹ ਆ ਰਿਹਾ ਹੈ. ਇਟ ਇਜ਼ ਪ੍ਰੈਜ਼ੈਂਟ ਕੰਟੀਨਿਊਸ. ਦੇ ਆਰ ਪਲੇਇੰਗ, ਉਹ ਖੇਡ ਰਹੇ ਹਨ. ਯੁਵਰਾਜ ਇਜ਼ ਪਲੇਇੰਗ ਫੈਂਸਿੰਗ, ਯੁਵਰਾਜ ਫੈਂਸਿੰਗ ਖੇਡ ਰਿਹਾ ਹੈ. एक कंटिन्यू चल रहा है. शी इज राइटिंग हर नेम ऑन द ब्लैक बोर्ड, वो ब्लैक बोर्ड उपर अपना नाम लिख रही है. ये भी कंटिन्यू चल रहा है. यूर टीचर इज टीचिंग चैप्टर 5th, तुहाडे टीचर 5th चैप्टर पढ़ा रहे हैं. ये भी कंटिन्यू चल रहा है. नोट, वी यूज नाउ, एट प्रेजेंट, एट द मोमेंट, दिस मॉर्निंग, करंटली, दिस इवनिंग, एटसेट्रा एट द एंड ऑफ दीज टाइप ऑफ सेंटेंसेस. ओके, ये जो वर्ड्स है ना अक्सर ये प्रेजेंट कंटीन्यूस टेंस दे विच लास्ट उपर देखने को सानू मिलते हैं. प्रेजेंट कंटीन्यूस टेंस. ओके, ही इज़ रीडिंग अ नॉवल नाउ, जिस तरह तुसी इस सेंटेंस विच देख रहे हो. ही इज़ रीडिंग अ नॉवल नाउ, वो हुण एक नॉवल पढ़ रहा है. शी इज़ नीटिंग अ स्वैटर एट द मोमेंट, वो हुण एक स्वैटर बुन रही है. मिस्टर सिंह इज़ टीचिंग इंग्लिश एट प्रेजेंट, मिस्टर सिंह की है इंग्लिश पढ़ा रहे हैं. एट प्रेजेंट, हुण जो काम हुण लगातार चल रहा है, प्रेजेंट कंटीन्यूस. वी यूज दिस टेंस इन दैट सिचुएशन also when some action is not continue at present but it is in progress during these days. ਅਸੀਂ ਇਸ ਟੈਂਸ ਨੂੰ ਹੋਰ ਕਿੱਥੇ ਕਿੱਥੇ ਯੂਜ਼ ਕਰ ਲੈਂਦੇ ਆ ਪ੍ਰੈਜ਼ੈਂਟ ਟੈਂਸ ਨੂੰ? ਇਹ ਸਾਰੀਆਂ ਗੱਲਾਂ ਤੁਹਾਨੂੰ ਮਾਈਂਡ ਵਿੱਚ ਰੱਖਣੀਆਂ ਪੈਣਗੀਆਂ. ਜੋ ਕੰਮ ਹੁਣ ਕੰਟੀਨਿਊ ਚੱਲ ਰਿਹਾ ਹੈ ਉੱਥੇ ਤਾਂ ਅਸੀਂ ਪ੍ਰੈਜ਼ੈਂਟ ਕੰਟੀਨਿਊ ਯੂਜ਼ ਕਰਦੇ ਹੀ ਆ, ਜਿਵੇਂ ਕਿ ਤੁਹਾਨੂੰ ਮੈਂ ਦੱਸਿਆ. ਉਸ ਤੋਂ ਅੱਗੇ ਕੀ ਹੈ? ਜੋ ਕੰਮ ਇਸ ਸਮੇਂ ਨਹੀਂ ਚੱਲ ਰਿਹਾ, ਸਾਡੇ ਸਾਹਮਣੇ ਨਹੀਂ ਚੱਲ ਰਿਹਾ, ਪਰ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ, ਉੱਥੇ ਵੀ ਅਸੀਂ ਪ੍ਰੈਜ਼ੈਂਟ ਕੰਟੀਨਿਊ ਯੂਜ਼ ਕਰਦੇ ਹਾਂ. ਫॉर ਐਗਜ਼ਾਮਪਲ, ਹੀ ਇਜ਼ ਰੀਡਿੰਗ ਦਾ ਗੁਰੂ ਗ੍ਰੰਥ ਸਾਹਿਬ, ਉਹ ਗੁਰੂ ਗ੍ਰੰਥ ਸਾਹਿਬ ਪੜ੍ਹ ਰਿਹਾ ਹੈ. ਹੁਣ ਤੁਸੀਂ ਦੇਖੋਗੇ ਇੱਥੇ ਕੋਈ ਤੁਹਾਡਾ ਫਰੈਂਡ ਤੁਹਾਡੇ ਸਾਹਮਣੇ ਹੈ, ਪਰ ਜੇਕਰ ਤੁਸੀਂ ਕਿਸੇ ਹੋਰ ਨੂੰ ਇਹ ਗੱਲ ਦੱਸ ਰਹੇ ਹੋ ਕਿ ਇਹ ਕੀ ਕਰ ਰਹੇ ਹਨ, ਗੁਰੂ ਗ੍ਰੰਥ ਸਾਹਿਬ ਪੜ੍ਹ ਰਹੇ ਹਨ, ਇਹਨਾਂ ਦਿਨਾਂ ਵਿੱਚ ਇਹ ਕੰਮ ਚੱਲ ਰਿਹਾ ਹੈ, ਚਾਹੇ ਉਸ ਐਟ ਪ੍ਰੈਜ਼ੈਂਟ ਉਹ ਨਹੀਂ ਪੜ੍ਹ ਰਹੇ, ਪਰ ਇਹਨਾਂ ਦਿਨਾਂ ਵਿੱਚ ਤਾਂ ਪੜ੍ਹ ਰਹੇ ਹਨ ਨਾ, ਫਿਰ ਵੀ ਅਸੀਂ ਇਸ ਸਿਚੁਏਸ਼ਨ ਵਿੱਚ ਵੀ ਅਸੀਂ ਕੀ ਯੂਜ਼ ਕਰਾਂਗੇ? ਪ੍ਰੈਜ਼ੈਂਟ ਕੰਟੀਨਿਊਸ. ਹੀ ਇਜ਼ ਲਿਵਿੰਗ ਇਨ ਅ ਰੈਂਟਡ ਹਾਊਸ, ਉਹ ਇੱਕ ਰੈਂਟਡ ਹਾਊਸ ਵਿੱਚ, ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ. ਇਫ ਯੂਰ ਫਰੈਂਡ ਇਜ਼ ਬਿਫੋਰ ਯੂ ਐਂਡ ਹੀ ਇਜ਼ ਸੇਇੰਗ ਦੈਟ ਆਈ ਐਮ ਲਿਵਿੰਗ ਇਨ ਅ ਰੈਂਟਡ ਹਾਊਸ, ਇਟ ਇਜ਼ ਆਲਸੋ ਪ੍ਰੈਜ਼ੈਂਟ ਕੰਟੀਨਿਊਸ. ਹੀ ਇਜ਼ ਸਟੱਡਿੰਗ ਫਿਜ਼ਿਕਸ ਦੀਜ਼ ਡੇਜ਼, ਉਹ ਅੱਜ ਕੱਲ੍ਹ ਫਿਜ਼ਿਕਸ ਪੜ੍ਹ ਰਹੀ ਹੈ, ਅੱਜ ਕੱਲ੍ਹ ਪੜ੍ਹ ਰਹੀ ਹੈ. It is no matter that she is not reading at present before you. We can use present continuous if we want to tell about this action is in progress these days. Clear? We don't know whether above actions are continue or not at present. ਅਸੀਂ ਇਹ ਨਹੀਂ ਜਾਣਦੇ ਕਿ ਜੋ ਉੱਪਰ ਐਕਸ਼ਨਸ ਹਨ ਉਹ ਕੀ ਹਨ? ਕੰਟੀਨਿਊ ਹਨ. ਐਟ ਪ੍ਰੈਜ਼ੈਂਟ ਕੰਟੀਨਿਊ ਹਨ, ਇਹ ਨਹੀਂ ਜਾਣਦੇ ਅਸੀਂ, ਪਰ ਫਿਰ ਵੀ ਕੀ ਹੈ, ਇਹਨਾਂ ਦਿਨਾਂ ਦੇ ਵਿੱਚ ਉਹ ਐਕਸ਼ਨ ਚੱਲ ਰਿਹਾ ਹੈ, ਤਾਂ ਅਸੀਂ ਪ੍ਰੈਜ਼ੈਂਟ ਕੰਟੀਨਿਊ ਯੂਜ਼ ਕਰਾਂਗੇ. ਓਕੇ, ਵੀ ਕੈਨ ਯੂਜ਼ ਦਿਸ ਟੈਂਸ ਫॉर ਨੀਅਰ ਫਿਊਚਰ ਆਲਸੋ ਵੈਨ ਸਮ ਪਲਾਨ ਇਜ਼ ਫਿਕਸਡ. ਅੱਗੇ ਤੁਸੀਂ ਇਹ ਗੱਲ ਵੀ ਯਾਦ ਰੱਖਣੀ ਹੈ ਕਿ ਜਦ ਅਸੀਂ ਕਿਸੇ ਫਿਕਸ ਪਲਾਨ ਦੀ ਗੱਲ ਕਰ ਰਹੇ ਹਾਂ ਜੋ ਨੇੜੇ ਭਵਿੱਖ ਵਿੱਚ ਸਾਡੇ ਮਾਈਂਡ ਵਿੱਚ ਹੈ ਕਿ ਅਸੀਂ ਨੇੜੇ ਭਵਿੱਖ ਵਿੱਚ ਇਹ ਕੰਮ ਕਰਨ ਜਾ ਰਹੇ ਹਾਂ, ਫਿਰ ਵੀ ਅਸੀਂ ਪ੍ਰੈਜ਼ੈਂਟ ਕੰਟੀਨਿਊ ਯੂਜ਼ ਕਰ ਸਕਦੇ ਹਾਂ. ਹੀ ਇਜ਼ ਗੋਇੰਗ ਟੂ ਚੇਨਈ ਟੂ ਨਾਈਟ, ਉਹ ਅੱਜ ਚੇਨਈ ਜਾ ਰਿਹਾ ਹੈ. ਕਲੀਅਰ, ਚੇਨਈ ਜਾ ਰਿਹਾ ਹੈ, ਉਹਦਾ ਇੱਕ ਫਿਕਸ ਪਲਾਨ ਹੈ, ਅੱਜ ਰਾਤ ਚੇਨਈ ਜਾ ਰਿਹਾ ਹੈ. ਨੀਅਰ ਫਿਊਚਰ ਦੀ ਗੱਲ ਕਰਦੇ ਆ ਨਾ, ਫਿਰ ਵੀ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਲਿਖ ਸਕਦੇ ਹਾਂ. ਸ਼ੀ ਇਜ਼ ਗੋਇੰਗ ਟੂ ਕੈਨੇਡਾ ਟੁਮਾਰੋ, ਉਹ ਕੈਨੇਡਾ ਜਾ ਰਹੀ ਹੈ ਕੱਲ. ਆਈ ਐਮ ਲੀਵਿੰਗ ਫॉर ਪਟਨਾ ਨੈਕਸਟ ਵੀਕ, ਅਗਲੇ ਹਫਤੇ ਪਟਨਾ ਜਾ ਰਿਹਾ ਹਾਂ. ਮਾਈ ਬ੍ਰਦਰ ਇਜ਼ ਕਮਿੰਗ ਟੁਮਾਰੋ, ਮੇਰਾ ਭਰਾ ਕੱਲ ਆ ਰਿਹਾ ਹੈ. ਇਹ ਵੀ ਕੀ ਹੈ? ਨੀਅਰ ਫਿਊਚਰ ਦੇ ਬਾਰੇ ਗੱਲ ਕਰਦੇ ਹਾਂ, ਪ੍ਰੈਜ਼ੈਂਟ ਕੰਟੀਨਿਊਸ ਅਸੀਂ ਯੂਜ਼ ਕਰ ਲੈਂਦੇ ਹਾਂ. ਸ਼ੀ ਇਜ਼ ਸਿੰਗਿੰਗ ਦਿਸ ਇਵਨਿੰਗ, ਉਹ ਇਸ ਸ਼ਾਮ, ਅੱਜ ਸ਼ਾਮ ਉਹ ਗਾ ਰਹੀ ਹੈ. ਇਹ ਵੀ ਇੱਕ ਨੀਅਰ ਫਿਊਚਰ ਦੀ ਗੱਲ ਕਰ ਰਹੇ ਹਾਂ. ਓਕੇ, ਨੋਟ, ਟੂ ਕਨਵਰਟ ਦਿਸ ਟੈਂਸ ਇਨਟੂ ਨੈਗੇਟਿਵ ਵੀ ਯੂਜ਼ ਨੋਟ ਵਿਦ ਇਜ਼ ਐਮ ਆਰ.
ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਸ ਵਿੱਚ ਕੀ ਯੂਜ਼ ਕਰਦੇ ਹਾਂ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਦਾ ਰੂਲ ਕੀ ਹੈ, ਇਜ਼ ਐਮ ਆਰ ਪਲੱਸ ਫਸਟ ਫਾਰਮ ਨਾਲ ਅਸੀਂ ing ਲਗਾਉਣੇ ਆ। ਇਜ਼ ਐਮ ਆਰ ਐਂਡ ਯੂਜ਼ ਫਸਟ ਫਾਰਮ ਆਫ ਵਰਬ ਪਲੱਸ ing ਐਜ਼ ਇਟ ਵਾਜ਼। ਜਿਵੇਂ ਦੇਖੋ ਤੁਸੀਂ ਸਿੰਪਲ ਸੈਂਟੈਂਸ ਕੀ ਹੈ, ਸ਼ੀ ਇਜ਼ ਗੋਇੰਗ ਟੂ ਚੇਨਈ ਟੂ ਨਾਈਟ, ਉਹ ਅੱਜ ਕੀ ਹੈ, ਚੇਨਈ ਜਾ ਰਹੀ ਹੈ। ਓਕੇ, ਟੂ ਕਨਵਰਟ ਦਿਸ ਟਾਈਪ ਆਫ ਸੈਂਟੈਂਸ ਇਨਟੂ ਨੈਗੇਟਿਵ ਵੀ ਵਿਲ ਯੂਜ਼ ਨॉट। she is not going to Chennai tonight, then we use are plus first form of verb plus ing। with I we use am plus first form of verb plus ing। ਜੇਕਰ ਸਾਡਾ ਸਬਜੈਕਟ I ਹੈ ਫਿਰ ਅਸੀਂ ਕੀ ਯੂਜ਼ ਕਰਦੇ ਹਾਂ, ਫਸਟ ਫਾਰਮ ਆਫ ਵਰਬ ਪਲੱਸ ing, am ਯੂਜ਼ ਕਰਦੇ ਹਾਂ ਹੈਲਪਿੰਗ ਵਰਬ ਪਲੱਸ ਫਸਟ ਫਾਰਮ ਆਫ ਵਰਬ plus ing। here is a practice exercise, fill in the blanks with simple or continuous form of the present tense of the verb given in the bracket। ਇੱਥੇ ਬੇਟੇ ਤੁਸੀਂ ਇਹ ਵੇਖਣਾ ਹੈ ਕਿ ਕਿਸ ਬਲੈਂਕ ਵਿੱਚ ਅਸੀਂ ਸਿੰਪਲ ਪ੍ਰੈਜ਼ੈਂਟ ਇਨਡੈਫੀਨਿਟ ਯੂਜ਼ ਕਰਾਂਗੇ ਅਤੇ ਕਿਸ ਵਿੱਚ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਯੂਜ਼ ਕਰਾਂਗੇ। ਓਕੇ, ਫਸਟ ਇਜ਼ ਡੋਂਟ ਮੇਕ ਅ ਨੋਇਸ, ਰੌਲਾ ਨਾ ਪਾਓ। ਦ ਬੇਬੀ ਡੈਸ਼ ਨਾਓ, ਦ ਬੇਬੀ ਇਜ਼ ਸਲੀਪਿੰਗ ਨਾਓ। ਜੋ ਕੰਮ ਕੰਟੀਨਿਊ ਚੱਲ ਰਿਹਾ ਹੈ, ਇਹ ਸੈਂਟੈਂਸ ਤੋਂ ਸਾਨੂੰ ਕਲੀਅਰ ਹੋ ਰਿਹਾ ਹੈ ਕਿ ਬੱਚਾ ਹੁਣ ਸੌਂ ਰਿਹਾ ਹੈ, ਮੀਨਸ ਕੰਮ ਇਹ ਕੰਟੀਨਿਊ ਚੱਲ ਰਿਹਾ ਹੈ। ਫਿਰ ਅਸੀਂ ਇਸ ਨੂੰ ਯੂਜ਼ ਕਰਾਂਗੇ ਪ੍ਰੈਜ਼ੈਂਟ ਕੰਟੀਨਿਊਸ। ਇਟ ਡੈਸ਼ ਇਨ ਜੁਲਾਈ, ਇਟ ਡੈਸ਼ ਨਾਓ। ਹੁਣ ਇਹਦੇ ਵਿੱਚ ਕੀ ਕਰਾਂਗੇ, ਦੋ ਬਲੈਂਕਸ ਦਿੱਤੀਆਂ ਹੋਈਆਂ ਹਨ। ਹੁਣ ਇਹ ਵੇਖੋ, ਇਟ ਰੇਨਸ ਇਨ ਜੁਲਾਈ, ਜੁਲਾਈ ਦੇ ਵਿੱਚ ਕੀ ਹੁੰਦਾ ਹੈ, ਬਰਸਾਤ ਹੁੰਦੀ ਹੈ। ਕਲੀਅਰ, ਇਹ ਕੀ ਹੈ, ਇੱਕ ਰਿਪੀਟਡ ਐਕਸ਼ਨ ਬਾਰੇ ਗੱਲ ਕਰ ਰਹੇ ਹੈ ਤਾਂ ਅਸੀਂ ਪ੍ਰੈਜ਼ੈਂਟ ਇਨਡੈਫੀਨਿਟ ਯੂਜ਼ ਕਰ ਦਿੱਤਾ। ਇਟ ਇਜ਼ ਰੇਨਿੰਗ ਨਾਓ, ਹੁਣ ਬਰਸਾਤ ਹੋ ਰਹੀ ਹੈ। ਇੱਥੇ ਇੱਕ ਕੰਟੀਨਿਊ ਐਕਸ਼ਨ ਬਾਰੇ ਗੱਲ ਕਰ ਰਹੇ ਹੈ। ਇਹ ਤੁਹਾਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਨਾ ਪਊਗਾ। ਸੈਂਟੈਂਸ ਨੂੰ ਪੜ੍ਹ ਕੇ ਤੁਹਾਨੂੰ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇਹ ਤੁਸੀਂ ਅੰਡਰਸਟੈਂਡ ਕਰਨਾ ਕਿ ਕਿਸ ਵਿੱਚ ਪ੍ਰੈਜ਼ੈਂਟ ਇਨਡੈਫੀਨਿਟ ਯੂਜ਼ ਕਰੀਏ ਤੇ ਕਿਸ ਵਿੱਚ ਪ੍ਰੈਜ਼ੈਂਟ ਕੰਟੀਨਿਊ ਯੂਜ਼ ਕਰੀਏ। ਆਰ ਪਬਲਿਸ਼ਰ ਜਰਨਲੀ ਡੈਸ਼ ਇਨ ਹਿੰਦੀ ਬਟ ਟੂਡੇ ਹੀ ਡੈਸ਼ ਇੰਗਲਿਸ਼। ਸਾਡੇ ਜੋ ਪਬਲਿਸ਼ਰ ਹਨ ਉਹ ਆਮ ਤੌਰ ਤੇ ਹਿੰਦੀ ਬੋਲਦੇ ਹਨ। ਰਿਪੀਟਡ ਐਕਸ਼ਨ ਬਾਰੇ ਗੱਲ ਹੋ ਰਹੀ ਹੈ। ਜਨਰਲੀ ਉਹ ਕੀ ਕਰਦੇ ਹਨ, ਜਦ ਰਿਪੀਟਡ ਐਕਸ਼ਨ ਦੀ ਗੱਲ ਕਰੀਏ ਤਾਂ ਪ੍ਰੈਜ਼ੈਂਟ ਇਨਡੈਫੀਨਿਟ, ਜਿਸ ਤਰ੍ਹਾਂ ਕਿ ਅਸੀਂ ਰੂਲ ਉੱਪਰ ਪੜ੍ਹੇ ਹਨ। ਆਰ ਪਬਲਿਸ਼ਰ ਜਨਰਲੀ ਸਪੀਕਸ ਇਨ ਹਿੰਦੀ, ਸਪੀਕ ਦੇ ਨਾਲ ਐਸ ਲਗਾਵਾਂਗੇ ਕਿਉਂਕਿ ਪਬਲਿਸ਼ਰ ਕੀ ਹੈ, ਸਿੰਗੂਲਰ ਹੈ। ਬਟ ਟੂਡੇ ਹੀ ਇਜ਼ ਸਪੀਕਿੰਗ ਇੰਗਲਿਸ਼, ਇਹਨੂੰ ਆਪਾਂ ਕੰਟੀਨਿਊ ਵਿੱਚ ਕਨਵਰਟ ਕਰ ਦੇਵਾਂਗੇ, ਪਰ ਅੱਜ ਉਹ ਇੰਗਲਿਸ਼ ਬੋਲ ਰਿਹਾ ਹੈ। ਕਲੀਅਰ। ਉਸ ਤੋਂ ਅੱਗੇ ਹੈ, ਮਾਈ ਵਾਈਫ ਐਂਡ ਆਈ ਡੈਸ਼ ਟੂ ਸਿਨੇਮਾ ਐਵਰੀ ਸੰਡੇ। ਇਟ ਇਜ਼ ਆਲਸੋ ਰਿਪੀਟਡ ਐਕਸ਼ਨ, ਹਰ ਰੋਜ਼ ਜਾਂਦੇ ਹਾਂ। ਮੇਰੀ ਪਤਨੀ ਅਤੇ ਮੈਂ ਹਰ ਰੋਜ਼ ਹਰ ਐਤਵਾਰ ਨੂੰ ਸਿਨੇਮਾ ਦੇਖਣ ਜਾਂਦੇ ਹਾਂ। ਇਹ ਵੀ ਕੀ ਹੈ, ਇੱਕ ਰਿਪੀਟਡ ਐਕਸ਼ਨ ਹੈ। ਤਾਂ ਗੋ ਦੇ ਨਾਲ ਅਸੀਂ ਕੀ ਲਗਾਵਾਂਗੇ, ਈਐਸ, ਗੋਜ਼। goes to the cinema every Sunday। okay, his mother dash some food in the kitchen at present। at present ਦੀ ਗੱਲ ਹੋ ਰਹੀ ਹੈ, ਹੁਣ ਕੁਝ ਭੋਜਨ ਉਹ ਪਕਾ ਰਹੀ ਹੈ, ਉਸਦੀ ਮਦਰ ਖਾਣਾ ਪਕਾ ਰਹੀ ਹੈ। ਤਾਂ ਕੀ ਲਿਖਾਂਗੇ ਇਸ ਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊ ਵਿੱਚ। his mother is cooking food in the kitchen at present। he dash because he is hungry now। ਉਹ ਕਰਾਈ ਕੀ ਸ਼ੋ ਹੋ ਰਿਹਾ ਹੈ ਕਿ ਉਹ ਰੋ ਰਿਹਾ ਹੈ ਕਿਉਂਕਿ ਹੁਣ ਉਹ ਭੁੱਖਾ ਹੈ। ਹੁਣ ਦੀ ਗੱਲ ਹੈ, ਨਾਓ। ਓਕੇ, he is crying because he is hungry now। she dash at this moment, at this moment ਜਿਹੜਾ ਹੁਣ ਕੰਮ ਚੱਲ ਰਿਹਾ ਹੈ। she is reading at this moment। the workmen dash the road near our house। workmen ਹਨ ਜੋ are repairing the road near our house। ਸਾਡੇ ਘਰ ਦੇ ਕੋਲ ਰੋਡ ਰਿਪੇਅਰ ਕਰ ਰਹੇ ਹਨ। ਇਹ ਸੈਂਟੈਂਸ ਕੀ ਸ਼ੋ ਕਰ ਰਿਹਾ ਹੈ ਕਿ ਕੰਮ ਕੰਟੀਨਿਊ ਚੱਲ ਰਿਹਾ ਹੈ ਹੁਣ, ਕਿਉਂਕਿ ਨਾਓ ਯੂਜ਼ ਕੀਤਾ ਗਿਆ ਇਸ ਵਿੱਚ ਵੀ। ਓਕੇ, ਦ ਬॉयਜ਼ ਡੈਸ਼ ਇਨ ਦ ਰਿਵਰ। ਦ ਬॉयਜ਼ ਆਰ ਸਵਿਮਿੰਗ ਇਨ ਦ ਰਿਵਰ। ਦ ਕਲਾਉਡਸ ਡੈਸ਼ ਅਕ੍ਰੋਸ ਦ ਸਕਾਈ। ਦ ਕਲਾਉਡਸ ਆਰ ਮੂਵਿੰਗ ਅਕ੍ਰੋਸ ਦ sky। okay, there are some more sentences, these are for your practice, and I hope you have understood this very well, and if you have any doubt about these sentences you can contact me. Thanks.